साढ़े 4 ही गलियां छड्ड के साढ़े आदरणीय सीएम साहब चन्नी जी ਜਿਹੜੇ हर गल ਦੇ ਵਿੱਚ ਅੱਗੇ ਹੁੰਦੇ ਨੇ, ਚਾਹੇ ਉਹ ਗੁੱਲੀ ਡੰਡਾ ਹੋਵੇ ਤੇ ਚਾਹੇ ਹਵਾਈ ਜਹਾਜ਼ ਹੋਵੇ, ਵੀ ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਨਾਂ ਨੇ ਕੀਤੀ ਨਹੀਂ। घर ਦੇ ਵਿੱਚੋਂ 12 ਕਰੋੜ ਦੇ ਕਰੀਬ ਪੈਸੇ ਤੇ ਹੋਰ ਵੀ ਬਹੁਤ ਕੁਝ ਲੱਭਿਆ ਹੈ ਤੇ ਉਹ ਅਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਦਾ ਕੁਝ ਆਪਣਾ ਹੈ। ਉਹ ਆਮ ਜਨਤਾ ਦਾ ਹੱਕ ਹੈ, ਉਹ ਆਮ ਜਨਤਾ ਦਾ ਖੂਨ ਹੈ। मैं ये रौला अज का नहीं पाना शुरू किया सी, ये रौला मैं 2017 च जो सरकार बनी है तो साढ़े पादरी सुल्तान का मर्डर होया तो सरकार ने कुछ नहीं किया, ये उदों तो पाना शुरू करता। मैं ये उदों तो रौला पाना शुरू करता जदों जिंदोवाल धारीवाल दे विच एक छोटी बच्ची का रेप हो गया। 5 बजे 6 बजे तो रात को 2 बजे अपने घर परतदा आ, पूरे पंजाब का राउंड ला के, ताकि लोग जाग सकन अते ये गल जान सकन कि बीजेपी के नाल ही पंजाब है। कहते कोई पर्ची फड़ाई गई है कि जे असी पार्टी सत्ता च आ जाती है या नहीं भी आती तो कोई चेयरमैन नहीं मिलेगी। लगातार तुहाडे नाल रूबरू हो रहे हैं। सो ਵੱਖ-ਵੱਖ मुद्दों को लैके इलैक्शन का जिदा माहौल है, सो ज़मीनी हकीकत बहुत कुछ कर रही हैं, बहुत बदलाव देखने को मिल रहे। सो ये सारे मामलों के एक बार फिर अज रूबरू हो रहे हैं असी एल्बर्ट दूआ जी नाल, जिहड़े कि हल्का वैस्ट तो कांग्रेस का एक स्तंभ होंदे सीगे पर सडनली हुण बीजेपी का झंडा चक चुके हैं और लगातार मीटिंगां करवा रहे हैं जिहड़ा बीजेपी के हक दे विच। सो गलबात करते हैं एल्बर्ट दूआ जी नाल। सर नमस्कार। मैं जन हितैषी का ते अपने ब्रदर का ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਜਨਤਾ ਦੇ ਰੂਬਰੂ ਕਰਾਉਣ ਦੇ ਲਈ ਆਏ ਹੋ। ਥੈਂਕ ਯੂ। ਐਲਬਰਟ ਜੀ, ਕੀ ਰੀਜ਼ਨ ਰਿਹਾ ਕਿ ਇੱਕ ਲੰਬਾ ਸਮਾਂ ਕਾਂਗਰਸ ਨਾਲ ਬਿਤਾਉਣ ਤੋਂ ਬਾਅਦ ਜਿਹੜਾ ਇੱਕ ਪਹਿਚਾਨ ਬਣ ਗਿਆ ਸੀ ਕਾਂਗਰਸ ਦੀ, ਐਲਬਰਟ ਦੂਆ ਜੀ ਔਰ ਐਲਬਰਟ ਦੂਆ ਜੀ ਕਾਂਗਰਸ ਦੀ, ਤੋਂ ਅੱਜ ਉਹ ਸਾਥ ਛੁੱਟ ਗਿਆ ਹੈਗਾ ਔਰ ਆਪਾਂ ਬੀਜੇਪੀ ਦਾ ਝੰਡਾ ਚੱਕ ਲਿਆ? मैं किसी भी पार्टी की बुराई नहीं करनी चाहता, पर पिछले दिनों के जी गल हुई है, साढ़े 4 ही गलियां छड्ड के साढ़े आदरणीय सीएम साहब चन्नी जी ਜਿਹੜੇ हर गल ਦੇ ਵਿੱਚ ਅੱਗੇ ਹੁੰਦੇ ਨੇ, ਚਾਹੇ ਉਹ ਗੁੱਲੀ ਡੰਡਾ ਹੋਵੇ ਤੇ ਚਾਹੇ ਹਵਾਈ ਜਹਾਜ਼ ਹੋਵੇ, ਵੀ ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਨਾਂ ਨੇ ਕੀਤੀ ਨਹੀਂ। ਪਰ ਇਹ ਬੜਾ ਹੀ ਘਿਨਾਉਣਾ ਚਿਹਰਾ ਉਹਨਾਂ ਦੇ ਰਿਸ਼ਤੇਦਾਰ ਦਾ ਨਿਕਲ ਕੇ ਆਇਆ, ਜਿਹਦੇ ਘਰ ਦੇ ਵਿੱਚੋਂ 12 ਕਰੋੜ ਦੇ ਕਰੀਬ ਪੈਸੇ ਤੇ ਹੋਰ ਵੀ ਬਹੁਤ ਕੁਝ ਲੱਭਿਆ ਹੈ ਤੇ ਉਹ ਅਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਦਾ ਕੁਝ ਆਪਣਾ ਹੈ। ਉਹ ਆਮ ਜਨਤਾ ਦਾ ਹੱਕ ਹੈ, ਉਹ ਆਮ ਜਨਤਾ ਦਾ ਖੂਨ ਹੈ। ਉਹ ਖੂਨ ਇੱਕ ਬੰਦੇ ਤੇ ਉਮੀਦ ਕਰਕੇ ਉਹਨੂੰ ਸੀਐਮ ਬਣਾਇਆ ਗਿਆ, ਉਹਦੇ ਰਿਸ਼ਤੇਦਾਰਾਂ ਨੇ ਚੂਸਣਾ ਸ਼ੁਰੂ ਕਰਤਾ ਤੇ ਜਿਹੜੀਆਂ ਗੱਲਾਂ ਕਰਕੇ ਇਹ ਹੋਂਦ 'ਚ ਆਈ ਸੀ ਕਾਂਗਰਸ, ਨਾ ਹੀ ਉਹ ਚਿੱਟਾ ਖਤਮ ਹੋਇਆ, ਨਾ ਉਹ ਬੇਰੁਜ਼ਗਾਰੀ ਖਤਮ ਹੋਈ ਤੇ ਨਾ ਹੀ ਇਹ ਰੇਤ ਮਾਫੀਆ ਖਤਮ ਹੋਇਆ, ਨਾ ਹੀ ਹੋਰ ਮਾਫੀਆ जिन्ने माफिया पंजाब दे विच चलदे खत्म होए। समा कि वो वधदे ही गए आ, वधदे ही गए। अज जे असी गल करिए पार्टी नहीं छड्डी, असी पंजाब नूं सिक्योर चाहते हैं तो डिवेलप चाहते हैं, जिहदा करके असी बीजेपी का अज साथ दे रहे हैं। ਐਲਬਰਟ ਜੀ, बुरा ना मनियो, लोग कहते हैं कि अक्सर ਇਹੋ ਜਿਹੀ ਕ੍ਰਾਂਤੀ ਹੈ, ਇਹੋ ਜਿਹੀ ਜਾਗਰਤੀ ਇਲੈਕਸ਼ਨਾਂ ਦੇ ਵਿੱਚ ਹੀ ਕਿਉਂ ਆਉਂਦੀ? ਤੁਸੀਂ ਤਾਂ ਨਿਡਰ ਹੋ ਜਿੱਥੇ ਤੱਕ ਤੁਹਾਡੀ ਛਵੀ ਹੈ, ਤੇ 5 ਸਾਲ ਆਪਾਂ ਚੁੱਪ ਰਹੇ, ਆਖਿਰ 'ਚ ਆ ਕੇ ਆਪਾਂ ਕ੍ਰਾਂਤੀਕਾਰੀ ਬਣ ਗਏ। मैं ਤੁਹਾਨੂੰ ਤਾਂ ਹੀ ਕਿਹਾ ਵੀ ਜਨ ਹਿਤੈਸ਼ੀ ਦਾ ਮੈਂ ਧੰਨਵਾਦੀ ਹਾਂ ਤੇ ਜਨ ਹਿਤੈਸ਼ੀ ਪਿਛਲੇ 1.5 ਸਾਲ ਤੋਂ ਮੈਨੂੰ ਕਵਰ ਕਰਦਾ ਆ ਰਿਹਾ ਤੇ ਮੈਂ 1.5 ਸਾਲ ਤੋਂ ਪਹਿਲਾਂ ਹੀ ਇਹ ਪਰੰਪਰਾ ਸਟਾਰਟ ਕਰਤੀ ਸੀ ਤੇ ਅੱਜ ਮੈਨੂੰ ਉਹ ਪਲੇਟਫਾਰਮ ਮਿਲਿਆ ਕਿ ਮੈਂ ਕਿਹੜੀ ਪਾਰਟੀ ਜੁਆਇਨ ਕਰਨੀ ਆ। ਇਸੇ ਲਈ ਮੈਂ ਪਾਰਟੀ ਜੁਆਇਨ ਕੀਤੀ ਆ। ਮੇਰੀਆਂ ਪ੍ਰੀਵੀਅਸ ਤੁਸੀਂ ਇੰਟਰਵਿਊਆਂ ਕੱਢ ਕੇ ਦੇਖ ਸਕਦੇ ਹੋ, ਮੈਂ ਡਟ ਕੇ ਗੱਜ ਕੇ ਬੋਲਿਆ ਆ। ਮੈਂ ਸਰਕਾਰਾਂ ਤੋਂ ਨਹੀਂ ਡਰਦਾ, ਨਾ ਮੈਂ ਪਾਰਟੀਆਂ ਤੋਂ ਡਰਦਾ ਆ, ਕਿਉਂਕਿ ਪ੍ਰਾਣ ਇੱਕ ਦਿਨ ਹੀ ਜਾਣੇ ਆ ਜੀ ਤੇ ਪ੍ਰਾਣ ਇੱਕ ਦਿਨ ਜਾਣੇ ਆ। ਤਾਂ ਮੈਨੂੰ ਪਤਾ ਵੀ ਮੇਰਾ ਪਰਮੇਸ਼ਰ ਮਹਾਨ ਆ, ਮੇਰੇ ਪ੍ਰਾਣ ਉਹਦੇ ਹੱਥਾਂ ਦੇ ਵਿੱਚ ਨੇ ਤੇ ਮੈਨੂੰ ਕੋਈ ਵੀ ਘਾਟਾ ਨਹੀਂ ਹੈ। ਮੈਂ ਇਹ ਰੌਲਾ ਅੱਜ ਦਾ ਨਹੀਂ ਪਾਣਾ ਸ਼ੁਰੂ ਕੀਤਾ ਸੀ, ਇਹ ਰੌਲਾ ਮੈਂ 2017 ਚ ਜਦੋਂ ਸਰਕਾਰ ਬਣੀ ਹੈ ਤੇ ਸਾਡੇ ਪਾਦਰੀ ਸੁਲਤਾਨ ਦਾ ਮਰਡਰ ਹੋਇਆ ਤੇ ਸਰਕਾਰ ਨੇ ਕੁਝ ਨਹੀਂ ਕੀਤਾ, ਇਹ ਉਦੋਂ ਤੋਂ ਪਾਣਾ ਸ਼ੁਰੂ ਕਰਤਾ। ਮੈਂ ਇਹ ਉਦੋਂ ਤੋਂ ਰੌਲਾ ਪਾਣਾ ਸ਼ੁਰੂ ਕਰਤਾ ਜਦੋਂ ਜਿੰਦੋਵਾਲ ਧਾਰੀਵਾਲ ਦੇ ਵਿੱਚ ਇੱਕ ਛੋਟੀ ਬੱਚੀ ਦਾ ਰੇਪ ਹੋ ਗਿਆ, ਕਿੰਨੇ ਪਾਦਰੀ ਸਾਡਿਆਂ ਦਾ ਮਰਡਰ ਹੋ ਗਿਆ, ਉਸ ਟਾਈਮ ਤੋਂ ਹੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਸੀ। जी मैं पूछना चाहांगा, लोग तो इदां दे भी आरोप लगा रहे हैं कि बीजेपी एक ग्लैमर वर्ल्ड पार्टी हैगी है, इन्ना वड्डा हैगा कि कुछ ना कुछ बेनिफिट ही एडे वड्डे दे दिंदी है कि लोग मना ही नहीं कर पाते। सो इदां दी कोई गल तां नहीं? नहीं ऐसी कोई गल नहीं है जी। गल ऐसी हत्थां दे विच कमल खुला लिया भाजी, जिहड़ी मैं गल दस्सां तुहानूं, कदी भी सानूं किसी ने मान सम्मान नहीं बख्शिया। ये वो पार्टी है जिन्हां ने आंदे ही मैनूं पुछया भी तू इलैक्शन लड़ने है,
ਟਿਕਟ ਮੇਰੇ ਅੱਗੇ ਰੱਖਤੀ ਤਾਂ ਮੈਂ ਕਿਹਾ ਨਹੀਂ ਜੀ, ਜੇ ਮੈਂ ਇਲੈਕਸ਼ਨ ਲੜੂੰਗਾ ਤਾਂ ਪੰਜਾਬ 'ਚ ਕੰਪੇਨ ਨਹੀਂ ਹੋਣੀ, ਫਿਰ ਇੱਕ ਕੌਂਸਟੀਚੁਐਂਸੀ ਤਾਈਂ ਮੈਂ ਸੀਮਿਤ ਹੋ ਕੇ ਰਹਿ ਜਾਊਂਗਾ। ਤੇ ਉਸੇ ਕਰਕੇ ਇਹ ਮੇਰੀ ਮਰਜ਼ੀ ਨਹੀਂ ਹੋਈ, ਮੇਰੇ ਪੂਰੇ ਪਰਿਵਾਰ ਦੀ ਮਰਜ਼ੀ ਹੋਈ। ਅਸੀਂ ਪਰਿਵਾਰ 'ਚ ਸਲਾਹ ਕੀਤੀ ਤੇ ਉਹਨਾਂ ਨੇ ਇੱਕ ਗੱਲ ਕਹੀ ਵੀ ਇਹ ਉਹ ਪਾਰਟੀ ਹੈ ਜਿਹੜੀ ਆਮ ਲੋਕਾਂ ਦੇ ਬਾਰੇ ਸੋਚਦੀ ਹੈ, ਜਿਹੜੀ ਡਿਵੈਲਪਮੈਂਟ ਬਾਰੇ ਸੋਚਦੀ ਹੈ, ਜਿਹੜੀ ਸਿਕਿਉਰਿਟੀ ਬਾਰੇ ਸੋਚਦੀ ਹੈ, ਜਿਹੜੀ ਪ੍ਰੋਗਰੈਸ ਬਾਰੇ ਸੋਚਦੀ ਹੈ। ਪ੍ਰੋਗਰੈਸ ਬਾਰੇ ਗੱਲਾਂ ਨਹੀਂ ਕਰਦੀ ਹੈ, ਪ੍ਰੋਗਰੈਸ ਬਾਰੇ ਸੋਚਦੀ ਹੈ ਤੇ ਪ੍ਰੋਗਰੈਸ ਕਰਕੇ ਦਿੰਦੀ ਹੈ। ਉਹ ਇਸੇ ਕਰਕੇ ਅਸੀਂ ਇਹ ਪਾਰਟੀ ਨੂੰ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਉਹ ਦੁਬਾਰਾ ਪਹਿਲੇ ਨੰਬਰ ਦਾ ਸੂਬਾ ਬਣੇ। ਇਹ ਜਿਹੜਾ ਅੱਜ 20ਵੇਂ ਨੰਬਰ ਪਾਰ ਕਰ ਚੁੱਕਿਆ ਉਹ ਵਾਪਸੀ ਤੇ ਆਵੇ ਤੇ ਤਰੱਕੀ ਵਾਲੇ ਰਾਹ ਤੇ ਚੱਲੇ। ਅੱਜ ਕੋਈ ਵੀ ਇੰਡਸਟਰੀਲਿਸਟ ਇੱਥੇ ਇੰਡਸਟਰੀ ਲਗਾਉਣ ਲਈ ਤਿਆਰ ਨਹੀਂ ਹੈਗਾ, ਪਰ ਅਸੀਂ ਇਸ ਬੀਜੇਪੀ ਤੋਂ ਉਮੀਦ ਕਰਦੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ, ਭੈਣਾਂ ਦੀ ਇੱਜ਼ਤ ਦੀ ਰਾਖੀ ਕੀਤੀ ਜਾਵੇ ਤਾਂ ਕਿ ਸਾਡੀਆਂ ਵੀ ਭੈਣਾਂ 12-1 ਵਜੇ ਰੋਡਸ ਦੇ ਉੱਤੇ ਜਾ ਸਕਣ, ਸ਼ਾਪਿੰਗ ਕਰ ਸਕਣ, ਘੁੰਮ ਫਿਰ ਸਕਣ। ਆ ਨਹੀਂ ਕਿ ਉਹ ਪੜੋਸੀ ਦੇ ਘਰੇ ਜਾਣ ਵੀ ਡਰਨ। ਜੀ, ਕੁੱਲ ਮਿਲਾ ਕੇ ਸਮਾਜ ਲਈ ਕਿੱਦਾਂ ਦੀ ਤੁਸੀਂ ਡਿਵੈਲਪਮੈਂਟ ਔਰ ਕਿੱਦਾਂ ਦਾ ਤੁਸੀਂ ਵਿਕਾਸ ਚਾਹੁੰਦੇ ਹੋ? ਕੀ ਕਮੀਆਂ ਰਹੀਆਂ ਉੱਧਰ ਤੇ ਉਮੀਦ ਕਰਦੇ ਹੋ ਕਿ ਜੇ ਉਹ ਇੱਧਰ ਨਾ ਪੂਰੀਆਂ ਹੋਈਆਂ ਤਾਂ ਕੱਲ ਨੂੰ ਬੀਜੇਪੀ ਦੇ ਖਿਲਾਫ ਵੀ ਇੱਦਾਂ ਹੀ ਖੜੇ ਹੋਣਗੇ ਡਟ ਕੇ? ਮੈਂ ਅੱਜ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਗੱਲ ਦੱਸਣੀ ਚਾਹੁੰਦਾ ਆ। ਅੱਜ ਤੱਕ ਅਸੀਂ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਵੱਲੋਂ ਸਮਰਥਨ ਦਿੰਦੇ ਆਏ ਹਾਂ ਤੇ ਫਸਟ ਟਾਈਮ ਹੈ ਕਿ ਮੈਂ ਕੋਈ ਪਾਰਟੀ ਜੁਆਇਨ ਕੀਤੀ ਹੈ ਤੇ ਉਹਦਾ ਸਦੱਸਿਆ ਬਣਾਇਆ। ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਤੇ ਦਿੱਤੀ ਹੈ, ਸਟੇਟ ਦਾ ਰਿਪਰੈਜ਼ੈਂਟੇਟਿਵ ਬਣਾਇਆ ਮੈਨੂੰ ਬੀਜੇਪੀ ਵੱਲੋਂ। ਕਹਿ ਰਹੇ ਸੀ ਕਹਿੰਦੇ ਚੇਅਰਮੈਨ ਹੀ ਇੰਨੀ ਵੱਡੀ ਦੇ ਦਿੰਦੇ ਆ ਤੇ ਨਾਲ ਅੱਗੇ ਪਿੱਛੇ ਗੱਡੀਆਂ ਲਾ ਦਿੰਦੇ ਆ, ਨਾਲ ਸਿਕਿਉਰਿਟੀ ਦੇ ਦਿੰਦੇ, ਬੰਦਾ ਗਲੈਮਰ ਵਰਡ ਚੋਂ ਹੀ ਬਾਹਰ ਨਹੀਂ ਆਉਂਦਾ। ਭਾਜੀ ਅੱਜ ਤੋਂ 10 ਸਾਲ ਪਹਿਲਾਂ ਮੇਰੇ ਕੋਲ 7 ਗਨਮੈਨ ਹੁੰਦੇ ਸੀ, ਮੈਂ ਆਪ ਸਰਕਾਰ ਨੂੰ ਮੋੜੇ ਸੀ। ਅੱਜ ਮੇਰੇ ਘਰੇ ਨਾ ਗਨਮੈਨ ਹੈ ਨਾ ਲੋੜ ਹੈ। ਮੇਰਾ ਗਨਮੈਨ ਮੇਰਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਹੈ, ਉਹਦੇ ਤੇ ਮੈਨੂੰ ਵਿਸ਼ਵਾਸ ਹੈ। ਕੋਈ ਗਲੈਮਰ ਦੀ ਮੈਨੂੰ ਲੋੜ ਨਹੀਂ ਹੈ, ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈ, ਮੈਨੂੰ ਜਨਤਾ ਦੇ ਪਿਆਰ ਦੀ ਲੋੜ ਹੈ ਤੇ ਜਨਤਾ ਦੇ ਹੱਕਾਂ ਨੂੰ ਬਹਾਲ ਕਰਾਉਣ ਦੀ ਲੋੜ ਹੈ। ਮੈਂ ਉਹਦੇ ਲਈ ਕੰਮ ਕਰ ਰਿਹਾ ਹਾਂ, ਮੈਨੂੰ ਇੱਕ ਵੀ ਸਿਕਿਉਰਿਟੀ ਦੀ ਲੋੜ ਨਹੀਂ। ਮੈਂ ਸਵੇਰੇ ਕੰਪੇਨ ਤੇ ਨਿਕਲਦਾ ਹਾਂ 5 ਵਜੇ 6 ਵਜੇ ਤੇ ਰਾਤ ਨੂੰ 2 ਵਜੇ ਆਪਣੇ ਘਰ ਪਰਤਦਾ ਆ, ਪੂਰੇ ਪੰਜਾਬ ਦਾ ਰਾਉਂਡ ਲਾ ਕੇ, ਤਾਂ ਕਿ ਲੋਕ ਜਾਗ ਸਕਣ ਅਤੇ ਇਹ ਗੱਲ ਜਾਣ ਸਕਣ ਕਿ ਬੀਜੇਪੀ ਦੇ ਨਾਲ ਹੀ ਪੰਜਾਬ ਹੈ। ਕਹਿੰਦੇ ਕੋਈ ਪਰਚੀ ਫੜਾਈ ਗਈ ਹੈ ਕਿ ਜੇ ਅਸੀਂ ਪਾਰਟੀ ਸੱਤਾ 'ਚ ਆ ਜਾਂਦੀ ਹੈ ਜਾਂ ਨਹੀਂ ਵੀ ਆਂਦੀ ਤਾਂ ਕੋਈ ਚੇਅਰਮੈਨ ਨਹੀਂ ਮਿਲੇਗੀ। ਇਹ ਜਿਹਨੇ ਪਰਚੀ ਫੜਾਈ ਹੈ ਤੁਸੀਂ ਕਾਈਂਡਲੀ ਉਹਦਾ ਜ਼ਰੂਰ ਮੈਨੂੰ ਨਾਮ ਦੱਸਣਾ। ਅਸੀਂ ਚੇਅਰਮੈਨੀਆਂ ਦੇ ਭੁੱਖੇ ਨਹੀਂ, ਅਸੀਂ ਪਿਆਰ ਦੇ ਭੁੱਖੇ ਹਾਂ। ਆਰੋਪ ਲੱਗ ਰਿਹਾ ਸਰ, ਮੈਂ ਨਹੀਂ ਕਹਿ ਰਿਹਾ ਲੱਗਣ ਦਿਓ ਆਰੋਪ। ਭਾਜੀ ਜਿਹੜਾ ਬੰਦਾ ਡਰਦਾ ਜਾਂ ਜਿਹੜੀ ਪਾਰਟੀ ਡਰਦੀ ਉਹਨੇ ਆਰੋਪ ਹੀ ਲਾਣੇ ਆ। ਉਹਨਾਂ ਦੇ ਪੱਲੇ ਥੋੜੀ ਕੋਈ ਸਾਬਤ ਕਰਨ ਲਈ ਉਹਨਾਂ ਦੇ ਕੁਝ ਨਹੀਂ ਹੈਗਾ। ਆਰੋਪ ਲਾਣਗੇ, ਲਾਉਂਦੇ ਰਹਿਣ। ਅੱਜ ਅਸੀਂ ਜੇ ਉਹ ਪਾਰਟੀਆਂ ਛੱਡ ਕੇ ਆਏ ਆ ਤਾਂ ਉਹਨਾਂ ਨੂੰ ਪਤਾ ਵੀ ਸਾਡੀਆਂ ਕਮੀਆਂ ਜਾਣਦਾ। ਇਹ ਗੱਲ ਮੈਂ ਕਰੂੰਗਾ ਆਪਣੇ ਇੱਥੋਂ 100 ਮੀਟਰ ਦੂਰ ਸਟੇਡੀਅਮ ਦੀ, ਉਹ ਸਟੇਡੀਅਮ ਤੇ ਕਰੋੜਾਂ ਰੁਪਇਆ ਲਾਤਾ ਗਿਆ। ਅੱਜ ਤੇ ਮੈਨੂੰ ਦੱਸੋ ਉੱਥੇ ਕਿਹੜੀ ਸਪੋਰਟਸ ਦੀ ਐਕਟੀਵਿਟੀ ਹੋਈ ਆ? ਲੱਚਰ ਗਾਣੇ ਵਾਲੀ ਦਿੱਤਾ ਜਾਂਦਾ ਹੈ, ਕਾਹਦੇ ਲਈ? ਜਿਹੜੀ ਗੱਲ ਸਪੋਰਟਸ ਦੀ ਆ ਉਹ ਸਪੋਰਟਸ ਦੀ ਹੋਣੀ ਚਾਹੀਦੀ। ਐਡੀਆਂ ਐਡੀਆਂ ਕਲੋਨੀਆਂ ਬਣ ਗਈਆਂ, ਐਡੇ ਐਡੇ ਪਾਰਕ ਬਣ ਗਏ, ਵੈਲੀਆਂ ਬਣ ਗਈਆਂ। ਮੈਨੂੰ ਦੱਸੋ ਨੌਜਵਾਨਾਂ ਦੇ ਖੇਡਣ ਲਈ ਕਿਹੜਾ ਗਰਾਊਂਡ ਆ? ਨੌਜਵਾਨਾਂ ਦੇ ਖੇਡਣ ਲਈ ਕਿਹੜਾ ਗਰਾਊਂਡ ਆ? ਬੱਚਿਆਂ ਦੇ ਖੇਡਣ ਲਈ ਕਿਹੜਾ ਗਰਾਊਂਡ ਆ? ਕੀ ਲੈਣਾ ਸੀ ਇਦਾਂ ਦੀ ਡਿਵੈਲਪਮੈਂਟ ਤੋਂ ਜਿੱਥੇ ਸਾਡੇ ਬੱਚੇ ਹੀ ਡਿਵੈਲਪ ਨਹੀਂ ਹੋ ਸਕਦੇ? ਪਰ ਉਹ ਤਾਂ ਜਿਹੜਾ ਸਟੇਡੀਅਮ ਹੈ ਅਕਾਲੀ ਸਰਕਾਰ ਨੇ ਤੇ ਨਾਲ ਬੀਜੇਪੀ ਦੇ ਨੇ ਰਲ ਕੇ ਬਣਾਇਆ ਸੀ, ਉਹੀ ਬੀਜੇਪੀ ਦਾ ਤੁਸੀਂ ਲੜ ਫੜ ਲਿਆ। ਸਰ ਉਹ ਬੀਜੇਪੀ ਜਿਹੜੀ ਸੀ ਉਹ ਹੋਂਦ 'ਚ ਤਾਕਤ 'ਚ ਹੁੰਦੇ ਹੋਏ ਆਪਣੇ ਲੋਕਾਂ ਦਾ ਕੰਮ ਕਰਾਉਣ ਦੇ ਲਈ ਧਰਨਿਆਂ ਤੇ ਬੈਠਦੀ ਸੀ। ਤੇ ਤੁਸੀਂ ਕਿੱਦਾਂ ਮੰਨਦੇ ਹੋ ਵੀ ਉਹ ਬੀਜੇਪੀ ਸੀ? ਉਹ ਬੀਜੇਪੀ ਨਹੀਂ ਸੀ ਉਸ ਟਾਈਮ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੀ, ਉਦੋਂ ਵੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸੀਗੇ। 23% ਦਾ ਸੀਗਾ ਹਿੱਸਾ, ਅੱਜ ਤਾਂ 0 ਤੇ ਹੈਗੇ ਆ, ਹਜੇ ਮਤਲਬ 2 ਤੇ ਹੈਗੇ ਆ, ਹਜੇ ਤਾਂ ਵਧਣਗੇ। ਉਦੋਂ 23 ਸੀ, 23 ਹੋ ਕੇ ਤਾਂ ਉਹ ਬੋਲੇ ਨਹੀਂ ਪੰਜਾਬ ਲਈ, ਤੇ ਅੱਜ 2 ਤੇ ਹੈਗੇ। ਤੇ ਕਿਉਂ ਤੁਹਾਨੂੰ ਲੱਗ ਰਿਹਾ ਕਿ ਉਹ ਬੋਲ ਦੇਣਗੇ? ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਿਆ। ਤੁਸੀਂ ਕਹਿ ਰਹੇ ਵੀ ਉਦੋਂ 23% 'ਚ ਸੀ। ਇਹ ਮੇਰਾ ਅੱਜ ਘਰ ਆ, ਆਪਾਂ ਘਰੇ ਖੜੇ ਆ, ਘਰ ਦਾ ਗੇਟ ਖੁੱਲ੍ਹਾ ਆ। ਚਾਹੇ ਬਾਹਰ ਜਿਹੜਾ ਮਰਜ਼ੀ ਕੰਟਰੈਕਟਰ ਹੋਵੇ, ਜਿਹੜਾ ਮਰਜ਼ੀ ਆਰਕੀਟੈਕਟ ਹੋਵੇ, ਉਹ ਆ ਕੇ ਬਾਹਰ ਗੇਟ ਖੜਕਾਏਗਾ ਕਿ ਮੈਂ ਆਰਕੀਟੈਕਟ ਹਾਂ, ਮੈਂ ਇਹਦੀ ਨੀਂਹ ਧਰੀ, ਮੈਂ ਇਹਨੂੰ ਬਣਾਇਆ। ਇਹ ਮੇਰੀ ਮਰਜ਼ੀ ਹੈ ਕਿ ਮੈਂ ਗੇਟ ਖੋਲ੍ਹਣਾ ਕਿ ਨਹੀਂ ਖੋਲ੍ਹਣਾ। ਉਹੀ ਕੰਮ ਉਦੋਂ ਬੀਜੇਪੀ ਦਾ ਸੀ ਤੇ ਅਕਾਲੀ ਸਰਕਾਰ ਦਾ ਸੀ। ਉਹਦਾ ਘਰ ਸੀ, ਗੇਟ ਉਹਦਾ ਸੀ। ਬੀਜੇਪੀ ਦੀ ਐਂਟਰੀ ਹੋਣੀ ਸੀ ਨਹੀਂ ਹੋਣੀ ਸੀ ਉਹਨਾਂ ਦੀ ਮਰਜ਼ੀ ਸੀ। ਐਤਕੀ ਬੀਜੇਪੀ ਦੀ ਐਂਟਰੀ ਬੜੀ ਜ਼ੋਰਦਾਰ ਹੋਣੀ ਹੈ। ਤੁਸੀਂ ਵੀ ਇਹ ਗੱਲ ਦੇ ਗਵਾਹ ਹੋ, ਤਰੀਕ ਵੀ ਇਸ ਗੱਲ ਦੀ ਗਵਾਹ ਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਬੀਜੇਪੀ ਕੀ ਕਰਦੀ ਤੇ ਕਿਵੇਂ ਕਰਦੀ ਹੈ। ਸੋ ਐਲਬਰਟ ਦੂਆ ਜੀ ਕੀ ਕਰਨਗੇ? ਉਹ ਕੀ ਵਿਜ਼ਨ ਲੈ ਕੇ ਬੀਜੇਪੀ ਦੇ ਵਿੱਚ ਉਤਰੇ ਹੈਗੇ ਆ ਔਰ ਆਪਣੇ ਸਮਾਜ ਲਈ ਤੇ ਹਰ ਜਿਵੇਂ ਤੁਸੀਂ ਖਾਸ ਕਰਕੇ ਨਿਵਾਸੀ ਤਾਂ ਹਲਕਾ ਵੈਸਟ 'ਚੋਂ, ਸੋ ਹਲਕਾ ਵੈਸਟ ਲਈ ਕੀ ਕਰੋਗੇ?
ਹਲਕਾ ਵੈਸਟ ਲਈ ਇਹ ਕਰੂੰਗਾ ਕਿ ਜਦੋਂ ਸਾਡੀ ਸਰਕਾਰ ਹੋਂਦ ਦੇ ਵਿੱਚ ਆਂਦੀ ਆ, ਸਾਡਾ ਕੈਂਡੀਡੇਟ ਜਿੱਤ ਕੇ ਆਂਦਾ ਆ, ਤੇ 24 ਘੰਟੇ ਮੇਰਾ ਗੇਟ ਖੁੱਲਾ ਰਹੇਗਾ। ਇਹ ਕੰਡੀਸ਼ਨ ਕਿਉਂ ਲਾ ਦਿੰਦੇ ਹੋ ਤੁਸੀਂ? ਇੱਕ ਗੱਲ ਦੱਸੋ, ਤੁਸੀਂ ਤਾਂ ਸਮਾਜ ਸੇਵੀ ਹੋ ਔਰ ਪੂਰੀ ਸੁਸਾਇਟੀ ਨੂੰ ਤੁਸੀਂ ਪੰਜਾਬ ਦੇ ਵਿੱਚੋਂ ਜਿੱਤਣਾ ਜਿੱਤ ਤਾਂ ਰੱਬ ਦੇ ਹੱਥ 'ਚ ਹੈ, ਤੁਹਾਡੇ ਈਸਾ ਮਸੀਹ ਦੇ ਹੱਥ 'ਚ ਹੈਗਾ, ਠੀਕ ਹੈ ਨਾ, ਯਿਸੂ ਦੇ ਹੱਥ 'ਚ ਹੈ। ਮਤਲਬ ਇਹ ਕੰਡੀਸ਼ਨ ਕਿਉਂ ਲਾਵਾਂਗੇ ਕਿ ਜਿੱਤੇਗੇ ਤੇ ਐਲਬਰਟ ਦੂਆ ਜੀ ਸੇਵਾ ਕਰਨਗੇ, ਜੇ ਨਹੀਂ ਜਿੱਤਣਗੇ ਤਾਂ ਸੇਵਾ ਨਹੀਂ ਕਰਨਗੇ? ਤੁਸੀਂ ਆ ਗਏ, ਤੁਹਾਡਾ ਸਮਾਜ ਸਾਰਾ ਤੁਹਾਡੇ ਨਾਲ ਆ ਗਿਆ, ਇਹ ਕੰਡੀਸ਼ਨਾਂ ਕਿਉਂ? ਕੰਡੀਸ਼ਨਾਂ ਤੋਂ ਹੀ ਤਾਂ ਬਾਹਰ ਆਣਾ, ਬਦਲਾਵ ਇਹੀ ਤਾਂ ਚਾਹੁੰਦੇ ਆ। ਸਰ ਤੁਸੀਂ ਗੱਲ ਮੇਰੀ ਪੂਰੀ ਸੁਣੀ ਨਹੀਂ। ਮੈਂ 24 ਘੰਟਿਆਂ ਦੀ ਗੱਲ ਕੀਤੀ ਹੈ। 12 ਘੰਟੇ ਗੇਟ ਖੁੱਲਾ ਰਹਿੰਦਾ ਆ ਤੇ 12 ਘੰਟੇ ਇਹ ਬੰਦ ਰਹਿੰਦਾ ਆ। ਸਰਕਾਰ ਆਉਣ ਦੀ ਗੱਲ ਮੈਂ ਇਹ ਕੀਤੀ ਆ ਵੀ ਸਵੇਰੇ 24 ਘੰਟੇ ਗੇਟ ਖੁੱਲਾ ਰਹੇਗਾ, ਐਲਬਰਟ ਹਾਜ਼ਰ ਰਹੇਗਾ, ਦਰਵਾਜ਼ੇ ਖੁੱਲੇ ਰਹਿਣਗੇ, ਜਿਹੜਾ ਮਰਜ਼ੀ ਆ ਕੇ ਮੇਰਾ ਪੱਲਾ ਛੇੜੇ ਤੇ ਮੈਂ ਉਹਦੇ ਲਈ ਸੇਵਾ ਲਈ ਤਿਆਰ ਹੋਵਾਂਗਾ। ਉਹ 12 ਘੰਟੇ ਡਬਲ ਇੰਜਨ ਵਾਂਗੂ ਡਬਲ 24 ਘੰਟੇ ਹੋ ਜਾਣਗੇ। ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ, ਜਦੋਂ ਸੇਫਟੀ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਫਿਰ ਤਾਂ ਤਾਲਾ ਲਾਉਣ ਦੀ ਵੀ ਲੋੜ ਨਹੀਂ। ਮੈਂ ਤੁਹਾਨੂੰ ਆਹ ਦੱਸਣਾ ਚਾਹੁੰਦਾ ਵੀ ਸਿਕਿਉਰਿਟੀ ਇੰਨੀ ਹੋ ਜਾਣੀ ਹੈ। ਗੁਜਰਾਤ ਦੇ ਵਿੱਚ ਬਹੁਤ ਵੱਡੇ ਵੱਡੇ ਗੈਂਗਸਟਰ ਸੀ ਤੇ ਅੱਜ ਕਿੱਥੇ ਨੇ? ਉਹੀ ਸਾਡੇ ਪੰਜਾਬ 'ਚ ਹੋਏਗਾ। ਅੱਜ ਡਰ ਭੈ ਦੀ ਜ਼ਿੰਦਗੀ ਗੁਜ਼ਾਰ ਰਿਹਾ ਪੰਜਾਬ ਦਾ ਸਮਾਜ। ਉਹ ਡਰ ਤੋਂ ਬਚਾਉਣ ਲਈ, ਡਰ ਤੋਂ ਸਿਕਿਉਰ ਕਰਨ ਦੇ ਲਈ ਬੀਜੇਪੀ ਦੀ ਸਰਕਾਰ ਇੱਥੇ ਲਿਆਉਣੀ ਜ਼ਰੂਰੀ ਹੈ, ਜਿਹਦੇ ਨਾਲ ਸਾਡਾ ਪੰਜਾਬ ਭੈ ਮੁਕਤ, ਨਸ਼ਾ ਮੁਕਤ ਹੋ ਜਾਵੇ। ਥੈਂਕ ਯੂ ਸਰ, ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੇ ਐਲਬਰਟ ਦੂਆ ਜੀ, ਜਿਹੜੇ ਕਿ ਹਲਕਾ ਵੈਸਟ ਤੋਂ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹੈ। ਸੋ ਲਗਾਤਾਰ ਆਪਣੀ ਸੁਸਾਇਟੀ ਲਈ, ਸਮਾਜ ਲਈ ਜਿਹੜਾ ਆਵਾਜ਼ ਚੱਕ ਰਿਹਾ। ਸੋ ਇਹਨਾਂ ਨਾਲ ਅਸੀਂ ਖਾਸ ਮੁਲਾਕਾਤ ਕੀਤੀ ਤੇ ਜੋ ਕੁਐਸਚਨ ਸੀਗੇ ਅਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਔਰ ਜਨਤਾ ਦੇ ਨਾਲ ਰੂਬਰੂ ਹੋ ਕੇ ਉਹਨਾਂ ਦੇ ਸਵਾਲ ਜਿਹੜੇ ਹੈ ਜੋ ਵੀ ਆਨਸਰ ਸੀਗੇ ਜਨਤਾ ਤੱਕ ਪਹੁੰਚਾਏ। ਇੱਦਾਂ ਹੀ ਹੋਰ ਵੀ ਕੋਈ ਸਵਾਲ ਹੋਣ ਕਿਸੇ ਸ਼ਖਸੀਅਤ ਨਾਲ ਰੂਬਰੂ ਹੋਣ ਲਈ ਤੁਹਾਨੂੰ ਲੱਗਦਾ ਹੋਵੇ ਤੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਕਮੈਂਟ ਕਰੋ। ਅਸੀਂ ਉਹਨਾਂ ਨਾਲ ਰੂਬਰੂ ਹੋ ਕੇ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚਾਉਂਦੇ ਰਵਾਂਗੇ ਤੇ ਜਨਤਾ ਦੇ ਸਵਾਲ ਪੁੱਛਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।